बदी करे तां तसु ना सिजा। चोर की हम भरे न कोई, चोर किया चंगा क्यों होए। सुन माने अंधे कुत्ते कुड़ियारो, बिन बोले बूझिया सजियारो। राव चोर सवालियो चोर सियाणा, खोटे का मुल एक दुगाना। जे साथ रखिया दीजा रलाए, जा परखिया खोटा हो जाए। जैसा करे सो तैसा पावा, आप बीज आपे ही खावा। जे वड्याइयां आपे खाए, जे सुरत तिहा रह जाए। जे साव कूड़िया कूड़ कबाड़, पावै सब आखो संसार। तुध भावै अधि परवान, नानक डालै डान सुजान। तुध भावै अधि परवान, नानक डानै डान सुजान। वाहिगुरु जी का खालसा, वाहिगुरु जी की फतेह। वाहिगुरु वाहिगुरु। तुम सुल्तान, तुम सुल्तान, कहाँ हूँ मियाँ तेरी कवन वडाई। जो तू दे हैं सो कहाँ स्वामी। मैं मूरख कहन न जाय। जो तू दे हैं सो कहाँ स्वामी। मैं मूरख कहन न जाय। शब्दावतार बाणी दे बोहित जुगोह जुग अटल, परम सन्मान योग परम सत्कार योग चवर छत्र तख्त के मालिक धन धन साहिब गुरु ग्रंथ साहिब जी दी पावन हजूरी तो बाला प्रीतम 8वें पातशाह साहिब गुरु हरकृष्ण साहिब जी दे पावन पवित्र इतिहासक स्थान गुरुद्वारा बंगला साहिब तो गुरु की कथा सुन रही सन्मान योग सत संगत जीओ, गुरु की बख्शी फतेह बुलाओ। वाहिगुरु जी का खालसा, वाहिगुरु जी की फतेह। संसार दे विच ईमानदार ते बेईमान
ਬੇਈਮਾਨ। ਈਮਾਨਦਾਰ ਉਸਨੂੰ ਕਿਹਾ ਜਾਂਦਾ ਏ ਜਿਹਦੇ ਕੋਲ ਈਮਾਨ ਹੈ, ਜਿਹਦੇ ਕਰਮ ਚੰਗੇ ਨੇ, ਜੋ ਉਸੂਲਾਂ ਤੇ ਟਿਕਦਾ ਏ, ਈਮਾਨਦਾਰ। ਜਿਹਦੇ ਕੋਲ ਈਮਾਨ ਹੀ ਨਹੀਂ, ਜਿੱਥੇ ਮਰਜ਼ੀ ਡਿੱਗ ਪਵੇ, ਜਿੱਥੇ ਮਰਜ਼ੀ ਬੁਰਾਈਆਂ ਵਿੱਚ ਸ਼ਾਮਲ ਹੋ ਜਾਵੇ, ਮਾੜੇ ਕਰਮ ਨਿਤ ਦੀ ਕਿਰਿਆ ਹੋਣ ਉਹਦੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਬੇਈਮਾਨ। ਦੁਨੀਆ ਦੇ ਵਿੱਚ ਕੋਈ ਸੰਤ ਹੈ ਤੇ ਕੋਈ ਚੋਰ ਹੈ, ਕੋਈ ਈਮਾਨਦਾਰ ਹੈ, ਕੋਈ ਬੇਈਮਾਨ ਹੈ, ਕੋਈ ਸਾਧ ਹੈ, ਕੋਈ ਠੱਗ ਹੈ। ਪਰ ਠੱਗ ਦਾ ਜੀਵਨ ਆਪਣਾ ਹੈ ਤੇ ਸਾਧ ਦਾ ਜੀਵਨ ਆਪਣਾ ਹੈ। ਪਰ ਸੰਸਾਰ ਦੇ ਵਿੱਚ ਐਸਾ ਵੇਖਣ ਨੂੰ ਮਿਲਿਆ ਕਿ ਬਾਹਰ ਦੇ ਵਿਖਾਵੇ ਨੇ ਸਾਨੂੰ ਧੋਖਾ ਬਹੁਤ ਦਿੱਤਾ। ਗੁਰੂ ਤੋਂ ਪੁੱਛੀਏ ਸਾਧ ਕੌਣ ਹੈ, ਤੇ ਸਤਿਗੁਰੂ ਜੀ ਦੱਸਦੇ ਨੇ ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਹਦੇ ਕਰਮ ਨਿਰਮਲ ਨੇ, ਜਿਹਦੇ ਜੀਵਨ ਦੇ ਵਿੱਚ ਕੋਈ ਹੀਰਾ ਫੇਰੀ ਨਹੀਂ, ਉਹ ਸਾਧ ਹੈ। ਜਿਹਨੇ ਜੀਵਨ ਨੂੰ ਸਾਧ ਲਿਆ ਹੈ ਉਹ ਸਾਧ ਹੈ। ਅੱਜ ਜੋ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦਿੱਤਾ ਹੈ ਵਿਚਾਰ ਕਰਨ ਲਈ, ਉਹਦੇ ਸਤਿਗੁਰੂ ਜੀ ਨੇ ਚੋਰ ਦੀ ਗੱਲ ਕੀਤੀ ਹੈ। ਹੁਣ ਸਾਡੀ ਨਜ਼ਰ ਵਿੱਚ ਚੋਰ ਕੌਣ ਹੈ? ਸਾਡੀ ਨਜ਼ਰ ਵਿੱਚ ਚੋਰ ਕੇਵਲ ਉਹ ਹੈ ਜੋ ਕਿਤੇ ਧਨ ਦੌਲਤ ਦੀ ਚੋਰੀ ਕਰ ਰਿਹਾ ਹੈ, ਗਹਿਣਿਆਂ ਦੀ ਚੋਰੀ ਕਰ ਰਿਹਾ ਹੈ, ਕੋਈ ਧਨ ਪਦਾਰਥ ਲੁੱਟ ਰਿਹਾ, ਦੌਲਤ ਲੁੱਟ ਰਿਹਾ, ਅਸੀਂ ਉਹਨੂੰ ਚੋਰ ਕਹਿੰਦੇ ਹਾਂ। ਪਰ ਗੁਰਮਤਿ ਕਹਿੰਦੀ ਕੇਵਲ ਇਹ ਚੋਰ ਨਹੀਂ ਹਨ, ਇਹਨਾਂ ਨੂੰ ਤਾਂ ਚੋਰ ਕਹਿਣਾ ਹੀ ਹੈ, ਪਰ ਚੋਰ ਦੀ ਵਿਆਖਿਆ ਵੀ ਬੜੀ ਲੰਮੀ ਹੈ। ਜੇ ਸਤਿਗੁਰੂ ਜੀ ਤੋਂ ਪੁੱਛੀਏ ਤੁਹਾਡੀ ਨਜ਼ਰ 'ਚ ਵੱਡੇ ਚੋਰ ਕੌਣ ਨੇ, ਸਾਹਿਬ ਕਹਿੰਦੇ ਇਹ ਤਾਂ ਛੋਟੇ ਮੋਟੇ ਚੋਰ ਨੇ ਜੋ ਦੌਲਤ ਲੁੱਟ ਰਹੇ ਨੇ, ਚੋਰੀ ਕਰ ਰਹੇ ਨੇ। ਇਹਨਾਂ ਨੇ ਚੋਰੀ ਕਰ ਲਈ, ਭਾਵੇਂ 1 ਰੁਪਏ ਦੀ ਚੋਰੀ ਕੋਈ ਕਰੇ ਤਾਂ ਵੀ ਚੋਰ, ਕਰੋੜਾਂ ਦੀ ਚੋਰੀ ਕਰੇ ਤਾਂ ਵੀ ਚੋਰ। ਪਰ ਜੇ ਕੋਈ ਲੱਖਾਂ ਦੀ ਦੌਲਤ ਤੇਰੀ ਲੁੱਟ ਕੇ ਲੈ ਜਾਂਦਾ ਏ, ਚੋਰੀ ਕਰਕੇ ਲੈ ਜਾਂਦਾ ਏ, ਜੀਵਨ ਹੈ ਤੇਰੇ ਕੋਲ ਤੇ ਤੂੰ ਦੌਲਤ ਕਮਾ ਸਕਦਾ, ਅੱਜ ਨਹੀਂ ਕੱਲ ਇਹ ਘਾਟਾ ਪੂਰਾ ਹੋ ਵੀ ਸਕਦਾ ਹੈ, ਜਾਂ ਇਹ ਦੁਨਿਆਵੀ ਚੋਰ ਕਿਤੇ ਫੜੇ ਵੀ ਜਾ ਸਕਦੇ ਨੇ। ਪਰ ਕਹਿੰਦੇ ਵੱਡੇ ਚੋਰ ਨੇ ਤੇਰੇ ਕੋਲ ਜੋ ਹਰ ਵੇਲੇ ਤੇਰੇ ਨਾਲ ਨੇ। ਉਹ ਕਿਹੜੇ ਚੋਰ ਨੇ? ਸਾਹਿਬ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈਂ। 5 ਚੋਰ ਤਾਂ ਤੇਰੇ ਅੰਦਰ ਹੀ ਵਸ ਰਹੇ ਨੇ, ਬਾਹਰੋਂ ਨਹੀਂ ਆਉਂਦੇ। ਇਸ ਦੇਹੀ ਅੰਦਰ 5 ਚੋਰ ਵਸੈਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ ਵੱਡੇ ਚੋਰ ਨੇ। ਅੰਮ੍ਰਿਤ ਲੂਟ ਹੈ, ਮਨਮੁਖ ਨਹੀਂ ਬੂਝੈ, ਕੋਈ ਨਾ ਸੁਣਿਆ ਪੁਕਾਰਾ। ਕਹਿੰਦੇ ਹੱਦ ਹੋ ਗਈ, ਇਹ ਤਾਂ ਅੰਮ੍ਰਿਤ ਹੀ ਲੁੱਟ ਕੇ ਲੈ ਜਾਂਦੇ ਨੇ, ਉਹ ਤਾਂ ਜ਼ਹਿਰ ਲੁੱਟ ਰਹੇ ਨੇ ਨਾ। ਮਾਇਆ ਨੂੰ ਜ਼ਹਿਰ ਕਿਹਾ, ਬਿਖ ਕਿਹਾ ਹੈ। ਕਾਚਾ ਧਨ ਸੰਚਾ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਿਖਿਆ ਕੈ ਧਨ, ਵਿਖਿਆ ਬਿਖ ਜ਼ਹਿਰ। ਹੁਣ ਜ਼ਹਿਰ ਮਾਇਆ ਦੌਲਤ ਇਹ ਲੁੱਟ ਰਹੇ ਨੇ। ਪਰ ਕਹਿੰਦੇ ਇਹ ਜਿਹੜੇ ਚੋਰ ਨੇ ਇਹ ਤਾਂ ਜੀਵਨ ਹੀ ਲੁੱਟ ਲੈਂਦੇ ਨੇ, ਅੰਮ੍ਰਿਤ ਵਰਗਾ ਜੀਵਨ। ਕੌਣ ਲੁੱਟ ਰਹੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ ਬਾਹਰੋਂ ਨਹੀਂ ਆਉਂਦੇ, ਇਹ ਅੰਦਰ ਹੀ ਨੇ। ਦਾਸ ਨੇ ਬੇਨਤੀ ਕੀਤੀ ਸੀ, ਅੱਜ ਚੋਰਾਂ ਤੋਂ ਬਚਣ ਦੇ ਸਾਧਨ ਬੜੇ ਬਣਾ ਲੈ ਗਏ। ਤੁਸੀਂ ਵੇਖੋ ਅਲਾਰਮ ਸਿਸਟਮ ਆ ਗਿਆ, ਗੱਡੀਆਂ ਕਾਰਾਂ ਦੇ ਵਿੱਚ ਲੋਕਾਂ ਨੇ ਘਰਾਂ ਚ ਲਾ ਲਿਆ। ਵਿਦੇਸ਼ਾਂ ਦੇ ਵਿੱਚ ਤਾਂ ਕਈ ਸਦੀਆਂ ਪਹਿਲਾਂ ਤੋਂ ਇਹ ਇੰਤਜ਼ਾਮ ਕਰਨੇ ਆਰੰਭ ਕਰ ਦਿੱਤੇ ਗਏ ਸਨ, ਤੇ ਕੁਝ ਦਸ਼ਕ 20 ਸਾਲ ਪਹਿਲਾਂ ਤੋਂ ਤਾਂ ਆਪ ਦਾਸ ਵੇਖਦਾ ਆ ਰਿਹਾ ਹੈ
जब 18 साल की उम्र विदेश पहुंचे तो उत्थे वो अलार्म सिस्टम वेख्या, थोड़ा हैरान होए सी भी कोई बंदा आवे, अंदर अलार्म ला दिता गया है, बाहरों कोई चोर आवे अलार्म बज पैंदा है। पर सतगुरु जी कहते तां बाहर दे चोर ने, अलार्म दस देगा, पर दस इस शरीर घर लई भी तू कोई अलार्म रखिया? बाहर दे चोर आउण उन्हां दा पता लग जाएगा अलार्म सिस्टम नाल, पर जे घर दे विच ही चोर बैठे होण, 5-7 जी ने, उन्हां विचों कोई चोर होवे, उहनूं तां भेत है अलार्म दा, वो तां चोरी कर लेगा। ते उहनूं फड़न लई घर दे किसी मुखी नूं सुचेत होना पैगा, या घर परिवार नूं कोई सलाह करनी पैगी। पर जे सारे सुत्ते रहन, कहंदे इस घर तां सारे सुत्ते ने, दुनियावी घर च भी घर दे जी बिल्कुल ही बेसुध हो के सुत्ते होण ते घर लुटिया पटिया जांदा है। इस देही घर दे विच भी सारे सुत्ते हुए ने, नैनो नींद प्रदृष्ट विकार श्रवण सोए, सुन निंद विचार रसना सोई, लोभ मीठे स्वाद मन सोया माया विस्माद। इस ग्रह में कोई जागत रहे, कोई जागदा होवे, साबत वस्तु अपनी लहे, वो तो अपनी वस्तु नूं साबत बचा सकेगा ना, नहीं तो सब कोई लुटिया पुटिया जाएगा। सतगुरु जी कहंदे ये चोर हुण जो काम रूपी चोर है वो दौलत ते नहीं लुट रहा, वो तो पराए तन उत्ते हथ पा रहा, किसी की इज्जत लुट रहा, असमत लुट रहा। पर याद रखियो कौन लुटदा है, किस दी निगाह मारी है? जिहदे कोल अलार्म नहीं है उन्होंने काम रूपी चोर नित लुट रहा है। बंदे की दृष्टि बड़ी मैली है, भावें कि गुरु ग्रंथ साहब जी ने यकीन दिवाया, पर धन पर दारा पर हरी, ताका निकट बसा नर हरी। केवल दो गल्लां कमाल है, पराए धन उत्ते मारी निगाह नहीं पाउनी, पराए तन उत्ते मारी निगाह नहीं पाउनी। जे ये दो गल्लां कमा लैंदा है ना, तो परमात्मा वास्ते तेरे अंदरों ही प्रगट हो जाएगा, सारियां विचों तैनूं परमात्मा नजर आवेगा, फिर निगाह बुरी नहीं होगी। पर कोई हथ पा रहा है किसी के तन उत्ते धन उत्ते, हथ नूं तां फड़िया जा सकदा, सोटा डंडा मारिया जा सकदा, हुण दृष्टि नूं कौन पकड़े? दृष्टि अज मनुख की बहुत ज्यादा मैली है। पराए तन उत्ते मारी निगाह, पराए धन उत्ते। जिहड़ा दावा कर रहा हुंदा ना कि जी मेरे तो ज्यादा चंगा कोई नहीं, ते ओहदे अंदर भी काम प्रबल होया हुंदा है। छेवें काम ना पुछा जा, वड्डा चोर है। पर जिहदे कोल गुरु का दिता शब्द रूपी ज्ञान ये अलार्म है, वो लोकां उत्ते बुरी नजर नहीं पाउंदा, इज्जत नहीं लुटदा, सगों इज्जत बचाउण दा काम करदा है। उसदी अपनी इज्जत भी महफूज है, वो दूजियां दी भी इज्जत महफूज रखदा है। गुरु गोबिंद सिंह साहब सतगुरु जी के सिंघां ने कईयां दी इज्जत पत बचाई, जे पुरातन इतिहास पढ़ के वेख लो। पर जे अज दा भी पढ़ो ना, ये कुछ साल पहलां दी घटना है, शायद 10 साल पहलां दी घटना होवे। सिख फुलवारी वालियां ने भी इसनूं लिखिया सी ते अखबारां दे विच भी ये घटना का जिक्र आया सी। राजस्थान का एक शहर, ते उत्थे कहंदे भी नौजवान लड़के जो ने कॉलेजां दे विच पढ़न वाले, उन्होंने किते हड़ताल कर दी ते कहंदे भी स्कूल कॉलेज बाजार सारे बंद होने चाहिए ने। हुण बाजारां च निकल पे ते सारियां ने डरदियां अपनियां दुकानां बंद कर लईयां, इत्थे तक घर भी बंद कर लै, चौराहे ते खड़े ने ते अपनी शक्ति का प्रगटावा कर रहे ने। ते इत्थों एक किसी हिंदू परिवार की लड़की, उन्होंने पता नहीं सी, वो पढ़न जा रही सी ते साइकिल उत्ते उन्होंने वेख लिया इन्हां ने, ते इन्हां ने उस, क्योंकि काम क्रोध लोभ मोह हंकार प्रबल होए हुए सन, इत्थे हंकार भी सी जवानी दा, इत्थे क्रोध भी जबरदस्त सी कि साडी गल क्यों नहीं मन्नी। असी कहा कि किसी ने नहीं जाना है, ना दुकानां खोलनियां ने, ना स्कूल कॉलेज किसी ने जाना है, ये बच्ची क्यों जा रही है? ते चौराहे दे उत्ते ही उन्होंने
उस बच्ची दे कपड़े फाड़ने आरंभ कर दिते ते बेपती करनी आरंभ कर दी। हुण लोकां ने, वेखण वालियां ने बचाया पाना, सगों दरवाजे बंद कर लै। पर एक बुजुर्ग बाबा सिख जिहदी उम्र भी कहते 65-70 साल के करीब होवेगी, ਉਹਦੇ गात्रे किरपान छोटी जी अमृत छकिया होया सी ते उथों आ रहा सी। ਉਹਨੇ जद वेखिया कि एक बच्ची, एक मजलूम, ਉਹਦੇ उत्ते जुल्म हो रहा है, ਉਹਨੇ ਇਹ भी परवाह नहीं की भी मैं कल्ला हाँ या बुढ़ा हाँ। ਉਹਨੇ ललकारिया उन्होंने ते छोटी जी किरपान सी वो कढ़ के ते ਉਹਨੇ मुकाबला करना आरंभ किया। उन्हां सारियां ने मिलके वार कीते उस बुजुर्ग बाबे उत्ते, पर ਉਹਦੇ अंदर चढ़दी कला इतनी ज्यादा सी गुरु की कृपा नाल कि भलाई दे सामने बुराई ठहर नहीं सकी ते ओ छड्ड के दौड़ गए। इस बुजुर्ग बाबे ने कहंदे अपने सिर की दस्तार नाल ओदे उस नंगेज नूं कज के उस बच्ची नूं साइकिल दे उत्ते पिछे बिठा के जिथे उन्हें घर दस्सिया सी उत्थे छड्डिया। जब छड्डिया परिवार दे जी घबरा गए वेख के, वो बच्ची नूं संभालण च लग गए। पर इस बुजुर्ग सिख ने यह भी नहीं सोचा कोई मेरा धन्नवाद करेगा, इन्हें अपनी साइकिल ली ते तुर गया। दस अर्ज जो कर रहा है, गुरु भी साडे परदे कजदा है ते जिस सिख उत्ते गुरु की कृपा होंदी है वह भी परदे कज्जण का काम करता है। दुनिया साडे परदे फोलदी है, गुरु साडे परदे कजदा। निर्गुण राख लिया संतन का सदका, सतगुर ढाक लिया मोह पापी पड़दा। कहंदे ऐ गुरु के सिखा अपने अंदर झात मार, किते ऐसा ते नहीं कि वड्डे चोर तैनूं लुट रहे ने। क्यों लुट रहे ने? क्योंकि तेरे कोल शब्द रूपी अलार्म नहीं है, तेरे कोल गुरु का दिता ज्ञान नहीं है। ज्ञान तो गुरु दरबार च गुरु कोल बहुत है, पर तू लेना नहीं चाहता। ज्ञान अंजन गुर दिया, अज्ञान अंधेर विनाश। सतगुरु जी अज जो कह रहे हैं, अज दे शब्द च गुरु नानक देव साहब पातशाह, तनासरी महला पहला, चोर सलाहे चीत ना भीजै, जे बदी करे तां तसू ना चीजै। हुण ये पहली पंक्ति है इस शब्द की। रहाओ की पंक्ति के आले दुआले सारी शब्द की विचार घूमती है। सतगुरु जी ने रहाओ की पंक्ति च अपने मन नूं आवाज मारी है, सुन मन अंधे कुत्ते कुड़ियार कूड़ियार। ऐ मेरे मन तू अन्ना होया पे है, तू ते बिल्कुल कुकर वर्गा कूड़ियार। बिन बोले बूझी है सचियार। कहंदे बिना बोलिया बिना कहा सच्चा मनुख जो है वो गुरु दे बोलां नूं पछाणदा है ते उहदे उत्ते तुरदा है, क्योंकि सच ते टिके है। हुण झूठा जिहड़ा है वो तो सच नूं भी झूठ बनाउण दा यतन करदा है। बड़े लोग ऐसे संसार दे च तुसीं वेखदे होवोगे, किसी दे चंगे काम नूं भी चंगा कहण दी जुरत नहीं उन्हां विच, वो बुरा ही कहणगे। क्योंकि हालत यह, भाई गुरदास साहब जी ने कहा, आप भला सब जग भला, सबको भला भले दे लेके। आप बुरा सब जग बुरा, सबको बुरा बुरे दे लेखे। इत्थे सतगुरु जी अपने मन नूं आवाज मारदे आ। देखो गुरु उस लाइन च खड़े होके सानू समझाउंदे ने, जे समझ जाइए तां। सतगुरु जी ने समझाया, कहंदे चोर सलाहे चीत ना बीजै। हुण किसदा चीत नहीं बीजे? कहंदे जेड़ा फैसला देण वाला है ना, जिसनूं तुसीं जज कह सकदे हो, ਉਹਦੇ सामने जे किते कोई चोर ਉਹਦੀਆਂ ਵਡਿਆਈਆਂ करे, सिफतां करे, ਤੇ ਉਹਦਾ चित्त ਭਿੱਜ थोड़ा जाएगा। वो गलत फैसला थोड़ा दे देगा। जे गलत फैसला दे दिता फिर जज कादा होया, फिर सच ते किथे टिकिया। कहंदे चोर सलाहे चीत ना भीजै, जे बदी करे तां तसू ना चीजै। हुण बदी दा अर्थ है बुराई,
ਜਿਹਦੇ ਕੋਲ ਬੁਰਾਈਆਂ ਨੇ ਉਹਨੂੰ ਬਦਨਾਮ ਕਿਹਾ ਜਾਂਦਾ ਹੈ, ਕਿ ਜਿਹਦੇ ਕੋਲ ਸੱਚ ਹੈ ਉਹਨੂੰ ਸਤਨਾਮ ਕਿਹਾ ਜਾਂਦਾ ਹੈ। ਦੁਨਿਆਵੀ ਤੌਰ ਤੇ ਕਿਸੇ ਦਾ ਨਾਮ ਸਤਨਾਮ ਹੋਵੇ, ਹੋ ਸਕਦਾ ਹੈ ਉਹਦੇ ਕੋਲ ਸੱਚ ਨਾ ਹੋਵੇ, ਪਰ ਜੋ ਗੁਰੂ ਕੋਲ ਸਤਨਾਮ ਨਾਮ ਹੈ, ਉਹ ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਆਪ ਸੱਚ ਹੈ ਤੇ ਉਹਦਾ ਨਾਮ ਵੀ ਸੱਚਾ ਹੈ। ਤੇ ਇਹ ਨਾਮ ਮਿਲਿਆ ਕਿਉਂ? ਕਿਉਂਕਿ ਉਹਦੇ ਕੋਲ ਸੱਚ ਰੂਪੀ ਗੁਣ ਹੈ, ਉਹ ਕਦੀ ਝੂਠ ਸਾਬਤ ਹੁੰਦਾ ਹੀ ਨਹੀਂ। ਆਦ ਸੱਚ ਜੁਗਾਤ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਥੇ ਸਤਿਗੁਰੂ ਜੀ ਜੋ ਕਹਿ ਰਹੇ ਨੇ, ਜੇ ਬਦੀ ਕਰੈ ਤਾਂ ਤਸੂ ਨਾ ਚੀਜੈ, ਦੋ ਗੱਲਾਂ ਕਹੀਆਂ ਨੇ ਵੀ ਫੈਸਲਾ ਦੇਣ ਵਾਲਾ ਜੋ ਹੈ, ਜੇ ਕਿਤੇ ਕੋਈ ਉਹਦੀ ਵਡਿਆਈ ਸਿਫਤਾਂ ਕਰ ਦਵੇ ਤਾਂ ਉਹ ਚੋਰ ਨੂੰ ਛੱਡ ਨਹੀਂ ਦੇਗਾ, ਤੇ ਜੇ ਚੋਰ ਬੁਰਾਈਆਂ ਕਰਨੀ ਆਰੰਭ ਕਰ ਦਵੇ ਤਾਂ ਵੀ ਉਹ ਘਬਰਾਵੇਗਾ ਨਹੀਂ। ਤਸੂ ਨਾ ਚੀਜੈ, ਤਸੂ ਦਾ ਅਰਥ ਹੈ ਰੱਤਾ ਜਾ, ਥੋੜਾ ਜਿਹਾ ਵੀ। ਉਹ ਚੀਜੈ ਦਾ ਅਰਥ ਹੈ ਛਿੱਜਣਾ, ਘਬਰਾਉਣਾ। ਕਹਿੰਦੇ ਉਹ ਨਹੀਂ ਘਬਰਾਉਂਦਾ। ਦੁਨਿਆਵੀ ਜੱਜ ਹੋ ਸਕਦਾ ਘਬਰਾ ਜਾਣ, ਗੁਰੂ ਨਹੀਂ ਘਬਰਾਉਂਦਾ, ਵਾਹਿਗੁਰੂ ਨਹੀਂ ਘਬਰਾਉਂਦਾ। ਉਹਦੇ ਘਰ ਸੱਚਾ ਨਿਆਂ ਹੈ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਕਹਿੰਦੇ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਅੱਜ ਦੇ ਸ਼ਬਦੀ ਵਿਚਾਰ ਸਾਹਿਬ ਕਹਿੰਦੇ, ਚੋਰ ਕੀ ਹਾਮਾ ਭਰੇ ਨਾ ਕੋਏ। ਹੁਣ ਚੋਰ ਨੂੰ ਕੌਣ ਚੰਗਾ ਕਹੇਗਾ? ਚੋਰ ਦੀ ਗਵਾਹੀ ਕੌਣ ਭਰੇਗਾ? ਤੁਸੀਂ ਕਹੋਗੇ ਦੁਨੀਆ 'ਚ ਤਾਂ ਸਾਰੇ ਗਵਾਹੀ ਦੇਣ ਨੂੰ ਤਿਆਰ ਹੈਗੇ ਨੇ, ਇੱਥੇ ਤਾਂ ਗਵਾਹ ਵਿਕਦੇ ਨੇ। ਇੱਥੇ ਵਿਕ ਜਾਣਗੇ ਗਵਾਹ, ਪਰ ਮਾਲਕ ਵਾਹਿਗੁਰੂ ਜੀ ਦੇ ਦਰ ਤੇ ਗਵਾਹਾਂ ਦੀ, ਝੂਠੇ ਗਵਾਹਾਂ ਦੀ ਨਹੀਂ ਚੱਲਦੀ। ਉੱਥੇ ਤਾਂ ਸੱਚੇ ਗਵਾਹ ਨੂੰ ਪ੍ਰਵਾਨਗੀ ਹੈ। ਉੱਥੇ ਤਾਂ ਗੁਰੂ ਕਿਰਪਾ ਕਰੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉੱਥੇ ਤਾਂ ਗੁਰੂ ਨਾਨਕ ਸਾਹਿਬ ਸਤਿਗੁਰੂ ਹੀ ਬਚਾਉਣ, ਗੁਰੂ ਗ੍ਰੰਥ ਸਾਹਿਬ ਜੀ ਬਚਾਉਣ, ਨਹੀਂ ਤਾਂ ਚੋਰ ਕੀ ਹੈ। ਕਹਿੰਦੇ ਗੁਰੂ ਦੇ ਦਰ ਤੇ ਚੋਰ ਪ੍ਰਵਾਨ ਨਹੀਂ। ਦੁਨਿਆਵੀ ਕੋਈ ਸੱਚਾ ਜੱਜ ਹੈ ਨਾ, ਉਹ ਵੀ ਲਿਹਾਜ਼ ਨਹੀਂ ਕਰਦਾ। ਸਤਿਗੁਰੂ ਜੀ ਸਮਝਾਉਣਾ ਚਾਹ ਰਹੇ ਨੇ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਵੇਦੀ ਨਾ ਕੀ ਦੋਸਤੀ ਵੇਦੀ ਨਾ ਤਾਂ ਖਾਣ। ਐ ਬੰਦੇ, ਜੇ ਤੇਰਾ ਜੀਵਨ ਹੀ ਇਹ ਹੈ ਕੇਵਲ ਚੋਰਾਂ ਦੀ ਸੰਗਤ ਕਰਨੀ ਹੈ, ਚੋਰ ਲੁਟੇਰਿਆਂ ਵਿੱਚ ਬੈਠਣਾ ਤੈਨੂੰ ਚੰਗਾ ਲੱਗਦਾ ਹੈ। ਹੁਣ ਦੇਖੋ, ਚੋਰ ਵੀ ਆਪਣੇ ਆਪ ਨੂੰ ਚੋਰ ਥੋੜਾ ਕਹਿੰਦਾ। ਇੱਕ ਤਾਂ ਛੋਟੇ ਮੋਟੇ ਚੋਰ ਹੁੰਦੇ ਨੇ, ਇੱਕ ਵੱਡੇ ਚੋਰ ਹੁੰਦੇ ਨੇ, ਵੱਡੇ ਵੱਡੇ ਘਪਲੇ ਕਰਨੇ। ਇੱਕ ਕੰਪਨੀ ਬਣਾਈ, ਚੋਰੀ ਕੀਤੀ, ਉਹਨੂੰ ਬੰਦ ਕੀਤਾ, ਫਿਰ ਦੂਸਰੀ ਕੰਪਨੀ ਬਣਾ ਲਈ, ਵੱਡੇ ਚੋਰ। ਤੇ ਸਮਾਜ ਦੇ ਵਿੱਚ ਉਹ ਸਿਰ ਉੱਚਾ ਕਰਕੇ ਤੁਰਦੇ ਨੇ, ਆਪਣੇ ਆਪ ਨੂੰ ਚੋਰ ਨਹੀਂ ਸਮਝਦੇ। ਉਹ ਤਾਂ ਕਹਿੰਦੇ ਨੇ ਅਸੀਂ ਸਿਆਣੇ ਆ, ਜੇ ਟੈਕਸ ਚੋਰੀ ਕਰ ਰਹੇ ਆ, ਜੇ ਹੋਰ ਕੰਮ ਕਰ ਰਹੇ ਆ, ਸਿਆਣਪ ਨਾਲ ਕਰ ਰਹੇ ਆ। ਪਰ ਸਤਿਗੁਰੂ ਜੀ ਕਹਿੰਦੇ ਚੋਰ ਤਾਂ ਚੋਰ ਹੀ ਆ। ਤੇ ਜੇ ਉਹੋ ਜੀ ਸੰਗਤ 'ਚ ਬੈਠੇਗਾ, ਉਹੋ ਜਿਹਾ ਜੀਵਨ ਬਣ ਜਾਵੇਗਾ। ਹੁਣ ਤਾਂ ਤੁਸੀਂ ਦੇਖੋ, ਆਮ ਦੁਨੀਆ ਵਿੱਚ ਤਾਂ ਚੋਰੀ ਦੀਆਂ ਗੱਲਾਂ ਬਹੁਤ ਸੀਗੀਆਂ, ਪਰ ਧਰਮ ਮੰਦਰਾਂ ਦੇ ਵਿੱਚ ਵੀ ਬਹੁਤੀ ਚੋਰੀ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਉਦੋਂ ਤੋਂ ਜ਼ਿਕਰ ਕਰ ਦਿੱਤਾ, ਕਹਿੰਦੇ ਹੱਦ ਹੋ ਗਈ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ ਨਾਉ ਮੈਂ ਜੋ ਅਗਨ ਲਾਗਾ ਕੈਸੇ ਕੇ ਬੁਝਾਈਆ। ਜੇ ਕਿਤੇ ਬਾਹਰ ਕਿਤੇ ਅੱਗ ਲੱਗ ਜਾਵੇ, ਪਾਣੀ ਨਾਲ ਬੁਝਾਈ ਜਾ ਸਕਦੀ। ਹੁਣ ਪਾਣੀ 'ਚ ਬੇੜੀ ਹੈ, ਉੱਥੇ ਹੀ ਅੱਗ ਲੱਗ ਜਾਵੇ, ਹੁਣ ਪਾਣੀ ਨਾ ਬਚਾ ਸਕੇ ਤੇ ਦੱਸੋ ਬਚੇਗਾ ਕਿੱਥੇ ਬੰਦਾ? ਦਰਿਆ ਵਿੱਚ ਰਹਿੰਦੇ ਹੋਏ ਅੱਗ ਲੱਗ ਗਈ। ਗੁਰੂ ਦਰਿਆ ਹੈ, ਗੁਰ ਦਰਿਆ ਸਦਾ ਜਲ ਨਿਰਮਲ ਮਿਲਿਆ, ਦੁਰਮਤ ਮੈਲ ਹਰੇ, ਸਤਿਗੁਰ ਪਾਈਆ ਪੂਰਾ ਨਾਵਣ, ਪਸ਼ੂ ਪਰੇਤੋਂ ਦੇਵ ਕਰੇ। ਮੇਰੇ ਤੋਂ ਲੈ ਕੇ ਤੁਹਾਡੇ ਤੱਕ ਅਸੀਂ ਸਵਾ ਪਰਚੋਲ ਕਰਨੀ ਹੈ ਵੀ ਦਰਿਆ ਦੇ ਵਿੱਚ ਬੇੜੀ ਤੁਰ ਰਹੀ, ਉੱਥੇ ਅੱਗ ਲੱਗ ਜਾਵੇ, ਕਿੱਥੇ ਬਚੋਗੇ? ਤੇ ਭਲੇ ਉਹ ਗੁਰੂ ਇੱਕ ਦਰਿਆ ਹੈ। ਅਸੀਂ ਗੁਰੂ ਦਰਬਾਰਾਂ ਦੇ ਵਿੱਚ ਬੈਠਿਆਂ ਵੀ ਜੇ ਕਿਤੇ ਚੋਰੀ ਤੋਂ ਨਹੀਂ ਬਚ ਸਕੇ ਤੇ ਬਚਾਂਗੇ ਕਿੱਥੇ? ਅਗਲਾ ਉਦਾਹਰਣ ਦਿੱਤਾ,
कहते बाहर से भाग ओट लीजियत कोट गढ़ मैं जो लूट लीजिए कहो कट जाइए। हुण बंदा जिहड़ा है बाहरों दौड़ के किसी किले दे विच चला जावे, बाहर डर है कातलों का, डाकू लुटेरां दा, ते किसी राजे दे किले च जाके शरण लवे, किसी पुलिस स्टेशन च शरण लवे, ते हद हो गई। पुलिस ने तो बचाना, ते पुलिस आप ही सारे चोर होण, ते दसो बचा कित्थे है? ते फिर पुलिस तो बाद कित्थे बंदा पुकार करदा है? किसी देश का राजा, अज चलो प्रधानमंत्री या राष्ट्रपति, पर कोई समा हुंदा सी राजे महाराजे, उन्हां दी भी सिपाही हुंदे सन, उन्हां दी भी पुलिस हुंदी सी। चलो जे किते पुलिस या सिपाही लुट लैण, थाना बचा ना कर सके, तो फिर पुकार की जाती राजे अगे। कहते चोरन कै त्रास जाए शरण गह नरिंद, नरिंद अर्थ राजा, मारा महीपत जियो कैसे कै बचाइया। महीपत का अर्थ भी राजा है। जे राजा ही मार दवे तो दसो बंदा बच कित्थे सकता है। अखीर च कह दिता माया डर डरपत हार गुरद्वारा आवे। माया रूपी बिख उस लोभ लालच तो, इन्हां चोर लिटोरियां तो, काम क्रोध लोभ मोह हंकार तो बच के बंदा दौड़ के गुरुद्वारे आवे। ते गुरुद्वारे दे विच ही जे किते माया का प्रभाव होर ज्यादा पै जावे ते दसो बचांगे कित्थे। सानू सारियां नू अपने अपने अंदर झात मारनी चाहिए है। जे किते पहला गलतियां हुईयां उन्हां तो सबक लैके अगे सीखना। सतगुरु जी इन्हां चीज़ां नू समझाउंदे ने, कहंदे केवल दौलत का नुकसान नहीं, वेख तू चोर क्यों है। मिल मेरे गोबिंद अपना नाम दियो, नाम बिना दृग दृग स्नेह हो। नाम बिना जो पहरे खाए, जो कूकर जूठन मैं पा। नाम विसार करे अनकाज, बिनस जाए झूठे सब पाज। नाम विसार करे रस भोग, सुख सुपने नहीं तन मैं रोग। नाम संग मन प्रीत न लावा, कोट कर्म कर तो नरक जावै। ते अखीर विच जाके कहा है, कहंदे हर का नाम जिन मन ना आराधा, चोर की न्याई जमपुर बांधा। हुण असी अपने अपने अंदर झात मारनी है कि असी भी चोर ते नहीं हाँ। असी किन्ना क नाम नू कमाया है, ते फिर वाहिगुरू नाम केवल जुबान ते है या अंदर भी पहुंचे है। भाव की जो वाहिगुरू जी दे नाम ने वो गुण अपने अंदर भी पैदा किए ने कि नहीं। जे सतनाम नाम है उहदे च सच है, गुण है। असी थोड़ा बहुत सच अपने अंदर टिकाया है कि नहीं। जे टिकाया है तो फिर तुर सकते हैं उस पासे, होर सच कमा सकते हैं, सच ते खड़े हो सकते हैं। जे किते ओदा नाम रहीम है, केवल रहीम रहीम क्या है या रहम कमाया भी है। जे रहम हुंदा ते फिर तुसी वेखो कितनियां वड्डियां वड्डियां घटनावां, किते बम फट रहे ने, किते लोकां नूं वैसे उड़ाया जा रहा है, किते गोलियां दी बाछड़ हो रही है, किथे परमाणु बम तैयार हो गए। कारण की रहम नहीं है। रहीम रहीम का दावा करने वाले ही ज्यादा समान इकट्ठा करते हैं। इहो जिहा राम राम भी रट लाई है, पर की समझे है कि राम सारी सृष्टि च रमिया होया है। ते जे रमिया होया है तो तेरे अंदर भी राम है, सामने वाले अंदर भी राम है, तो फिर क्यों मारदा? ਇਹਦਾ मतलब कि तू नाम नू समझिया नहीं है। ते जे नाम राम रहीम नू समझिया नहीं, करन वकीली आप विच राम रहीम एक थाए खलोई, राह शैतानी दुनिया गोई। शैताना वाला राह फड़ लिया, बड़ा चोर है। हर का नाम जिन मन ना राधा, चोर की न्याई जमपुर बांधा। जे गुरु ते पूर्ण विश्वास हो जावे ना, ते याद रखियो गुरु तो बुराइयां नू अंदरों कढ़ दिंदा है। चोर कौन? जिहदे विच बुराइयां ने। बुराई की है? दूजे का सब कुछ खो लेना है,
ਧਨ ਦੌਲਤ ਲੁੱਟਣੀ ਆ। ਇੱਕ ਤਾਂ ਚੋਰ ਉਹ ਹੋ ਗਿਆ, ਇੱਕ ਚੋਰ ਉਹ ਹੋ ਗਿਆ ਦੂਜਿਆਂ ਦੀ ਪੱਤ ਲੁੱਟ ਲੈਣੀ ਆ, ਕਿਉਂਕਿ ਕਾਮ ਨੂੰ ਵੀ ਵੱਡਾ ਚੋਰ ਕਿਹਾ। ਤੇ ਜੇ ਕ੍ਰੋਧ ਚ ਆ ਕੇ ਕਿਸੇ ਉੱਤੇ ਵਾਰ ਕਰ ਰਿਹਾ ਹੈ, ਕਿਸੇ ਦੀ ਇੱਜ਼ਤ ਸ਼ਾਨ ਮਿੱਟੀ ਚ ਰੋਲ ਰਿਹਾ ਹੈ, ਤਾਂ ਵੀ ਵੱਡਾ ਚੋਰ ਹੈ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੋਰ ਨੇ। ਇਸ ਦੇ ਹੀ ਅੰਦਰ ਪੰਜ ਚੋਰ ਵਸੈ। ਜਿਹਦੇ ਕੋਲ ਕ੍ਰੋਧ ਹੈ ਉਹ ਵੀ ਚੋਰ, ਜਿਹਦੇ ਕੋਲ ਕਾਮ ਹੈ ਉਹ ਵੀ ਚੋਰ, ਜਿਹਦੇ ਕੋਲ ਲੋਭ ਹੈ ਉਹ ਵੀ ਚੋਰ। ਲੋਭ ਦੇ ਅਧੀਨ ਹੋ ਕੇ ਤਾਂ ਲੋਕ ਦੂਜਿਆਂ ਦਾ ਘਰ ਲੁੱਟਦੇ ਨੇ, ਗੁਰੂ ਘਰ ਤੱਕ ਲੁੱਟ ਲੈਂਦੇ ਨੇ। ਤੇ ਨਿਗਾਹ ਹੁੰਦੀ ਹੈ ਕਦ ਮੌਕਾ ਬਣੇ ਤੇ ਸਭ ਕੁਝ ਲੁੱਟ ਲੈ ਜਾਈਏ। ਪ੍ਰਿਥੀ ਚੰਦ ਵਰਗਿਆਂ ਨੇ ਇੱਥੇ ਤੱਕ ਬਿਸਤਰੇ ਤੱਕ ਵੀ ਲੁੱਟ ਲਏ ਸਨ, ਪਰ ਕੀ ਮਿਲਿਆ? ਕੁਝ ਵੀ ਨਹੀਂ। ਸਤਿਗੁਰੂ ਜੀ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਜੇ ਕਿਤੇ ਤੇਰੇ ਕੋਲੇ ਅਲਾਮਤਾਂ ਨੇ ਤੇ ਫਿਰ ਤੂੰ ਵੱਡਾ ਚੋਰ ਹੈ। ਪਰ ਐਸੀ ਗੱਲ ਨਹੀਂ ਕਿ ਚੋਰ ਸੁਧਰਦੇ ਨਹੀਂ, ਚੋਰ ਸੁਧਰ ਵੀ ਸਕਦੇ ਨੇ ਜੇ ਗੁਰੂ ਦੀ ਕਿਰਪਾ ਲੈ ਲੈਣ, ਗੁਰੂ ਦੇ ਬਚਨਾਂ ਉੱਤੇ ਪੂਰੇ ਉਤਰਨ। ਆਇਆ ਸੀ ਨਾ ਇੱਕ ਚੋਰ, ਕਿਉਂਕਿ ਜੇ ਸ਼ਬਦ ਜਿਹੋ ਜਿਹਾ ਨਾ ਸਬਜੈਕਟ ਹੋਵੇ ਉਹੋ ਜਿਹਾ ਉਦਾਹਰਣ ਦੇਣਾ ਬਣਦਾ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਕੋਲ ਇੱਕ ਚੋਰ ਆ ਗਿਆ, ਆ ਕੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਪੁੱਛਿਆ ਕੀ ਕੰਮ ਕਰਦਾ? ਕਹਿਣ ਲੱਗਾ ਜੀ ਚੋਰੀ ਕਰਦਾ। ਸੱਚ ਬੋਲਿਆ। ਅਸੀਂ ਤਾਂ ਸੱਚ ਵੀ ਨਹੀਂ ਬੋਲ ਪਾਉਂਦੇ ਆ, ਅਸੀਂ ਤਾਂ ਇਮਾਨਦਾਰੀ ਨਾਲ ਕਬੂਲ ਵੀ ਨਹੀਂ ਕਰ ਪਾਉਂਦੇ ਆ। ਚਲੋ ਦੁਨਿਆਵੀ ਚੋਰੀ ਨੂੰ ਛੱਡੋ, ਅਸੀਂ ਇਹੀ ਕਬੂਲ ਕਰ ਲਈਏ ਵੀ ਸਾਡੇ ਅੰਦਰ ਕ੍ਰੋਧ ਹੈ, ਕਾਮ ਪ੍ਰਬਲ ਹੈ, ਗੁਰੂ ਕਿਰਪਾ ਬਚਾਵੇ। ਲੋਭ ਦੀ ਬਿਰਤੀ ਬੜੀ ਪ੍ਰਬਲ ਹੈ, ਮੋਹ ਦੀ ਬਿਰਤੀ ਬਹੁਤ ਪ੍ਰਬਲ ਹੈ। ਸਤਿਗੁਰੂ ਜੀ ਜੋ ਰਹਾਉ ਦੀ ਪੰਕਤੀ ਚ ਕਹਿ ਰਹੇ ਨੇ, ਦੇਖੋ ਲੋਭ ਕੈਸਾ ਚੋਰ ਹੈ। ਲੋਭੀ ਜੰਤ ਨਾ ਜਾਣੀ ਭਾਖਾ ਬਖਤ ਸਭ ਖਾਏ। ਤੇ ਅਗਲਾ ਸ਼ਬਦ ਕੀ ਵਰਤਿਆ ਸੀ? ਜੋ ਕੂਕਰ ਹਰਕਾਇਆ ਆਵੇ ਦਰਦ ਸਜਾਏ। ਲੋਭੀ ਜੰਤ ਨਾ ਜਾਣੀ ਭਾਖਾ ਬਖਤ ਸਭ ਖਾਏ। ਕਿਤਨੀ ਜੁਰਤ ਹੈ ਸਤਿਗੁਰੂ ਜੀ ਵੱਲ ਕਿ ਆਪਣੇ ਮਨ ਨੂੰ ਆਵਾਜ਼ ਮਾਰਦਿਆਂ ਕਹਿੰਦੇ ਨੇ, ਸੁਣ ਮਨ ਅੰਧੇ ਕੁੱਤੇ ਕੁੜਿਆ ਊੜਿਆ। ਅਸੀਂ ਤਾਂ ਆਪਣੇ ਮਨ ਨੂੰ ਕਦੀ ਇਉਂ ਆਵਾਜ਼ ਨਹੀਂ ਮਾਰੀ ਵੀ ਤੂੰ ਕੁੱਤਾ ਹੈ, ਤੂੰ ਲੋਭੀ ਹੈ, ਤੂੰ ਲਾਲਚੀ ਹੈ। ਜੇ ਕਿਤੇ ਅਸੀਂ ਕਹਿਣਾ ਆਰੰਭ ਕਰ ਦਈਏ, ਹੋ ਸਕਦਾ ਧੀਰੇ ਧੀਰੇ ਔਗਣ ਨਿਕਲਣ, ਕਿਉਂਕਿ ਬੁਰਾਈਆਂ ਦਾ ਪਤਾ ਲੱਗੇਗਾ, ਰੋਗ ਦਾ ਪਤਾ ਲੱਗੇਗਾ, ਤਾਂ ਹੀ ਇਲਾਜ ਕਰਾਂਗੇ ਨਾ। ਮਨ ਕੀ ਪਤਰੀ ਵਾਤਣੀ ਸੁਖੀਓ ਸੁਖ ਸਾਰ। ਕੀ ਪਤਾ ਅਸੀਂ ਗੁਰੂ ਦੇ ਸਾਹਮਣੇ ਆ ਕੇ ਸੱਚ ਬੋਲ ਸਕੀਏ। ਉਹਨੇ ਕਹਿ ਦਿੱਤਾ ਮੈਂ ਚੋਰ ਹਾਂ। ਸਤਿਗੁਰੂ ਜੀ ਨੇ ਕਿਹਾ ਛੱਡ ਸਕਦਾ ਚੋਰੀ? ਕਹਿਣ ਲੱਗਾ ਜੀ ਨਹੀਂ ਛੱਡ ਸਕਦਾ, ਇਹ ਤਾਂ ਮੇਰੀ ਕਿਰਤ ਹੈ। ਬੱਚੇ ਪਲਦੇ ਨੇ। ਹੁਣ ਗੁਰੂ ਕੋਲ ਤਰੀਕਾ ਹੈ। ਅਜੋਕੇ ਸਮੇਂ ਦਾ ਕੋਈ ਪਾਖੰਡੀ ਜਾਂ ਦਿਖਾਵਾ ਕਰਨ ਵਾਲਾ ਹੁੰਦਾ, ਉਹ ਕਹਿੰਦਾ ਜੀ ਮਾਰੋ ਇਹਨੂੰ, ਦੋ ਚਾਰ ਡੰਡੇ ਤੇ ਕੱਢੋ ਇੱਥੋਂ। ਜੇ ਗੱਲ ਹੀ ਨਹੀਂ ਮੰਨਣੀ ਤੇ ਆਇਆ ਕਿਉਂ ਹੈ? ਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਬਚਨ ਮੰਨੇਗਾ? ਕਹਿਣ ਲੱਗਾ ਜੀ ਬਚਨ ਤਾਂ ਜਾਨ ਦੇ ਕੇ ਵੀ ਮੰਨਾਂਗਾ। ਕਦੀ ਕਦੀ ਸੋਚਦਾ ਕਿ ਬਚਨ ਕਮਾਉਣ ਚ ਚੋਰ ਤਾਂ ਨਹੀਂ ਸਾਡੇ ਤੋਂ ਅੱਗੇ ਲੰਘ ਗਿਆ। ਅਸੀਂ ਵੀ ਬਹੁਤ ਵਾਅਦੇ ਕਰਦੇ ਹਾਂ, ਅਸੀਂ ਵੀ ਬੜੀਆਂ ਕਸਮਾਂ ਖਾਂਦੇ ਹਾਂ। ਸਤਿਗੁਰੂ ਤੂੰ ਕਿਰਪਾ ਕਰ, ਤੇਰੇ ਸਿਧਾਂਤਾਂ ਤੇ ਪੂਰੇ ਉਤਰਾਂਗੇ, ਤੇਰੀ ਬਾਣੀ ਦਾ ਪ੍ਰਚਾਰ ਕਰਾਂਗੇ। ਗੁਰੂ ਬੁਰਾਈਆਂ ਕੱਢਦਾ ਜੇ ਗੁਰੂ ਦੇ ਬਚਨਾਂ ਉੱਤੇ ਅਸੀਂ ਪੂਰੇ ਉਤਰੀਏ। ਫਿਰ ਇੱਕ ਗੱਲ ਹੋਰ ਸਮਝ ਲੈਣਾ, ਗੁਰੂ ਅੰਦਰ ਦੀ ਬੁਰਾਈ ਵੀ ਕੱਢਦਾ ਤੇ ਬਾਹਰ ਦੀ ਬੁਰਾਈਆਂ ਨੂੰ ਤੋਂ ਵੀ ਬਚਾਉਂਦਾ ਹੈ। ਬਾਹਰ ਦੀ ਗੰਦਗੀ ਵੀ ਗੁਰੂ ਦਰਬਾਰਾਂ 'ਚ ਧੋਤੀ ਜਾਂਦੀ ਹੈ ਤੇ ਅੰਦਰ ਦੀ ਵੀ। ਤੁਸੀਂ ਵੇਖੋ ਗੁਰੂ ਨੇ ਇੰਤਜ਼ਾਮ ਕੀਤੇ ਸਰੋਵਰਾਂ ਦੇ, ਗੁਰਦੁਆਰਿਆਂ ਦੇ ਨਾਲ ਸਰੋਵਰ ਬਣਾਉਣ ਦਾ ਅਰਥ ਕੀ ਸੀ? ਇਸ ਕਰਕੇ ਕਿ ਤਨ ਦੀ ਗੰਦਗੀ ਵੀ ਧੋਤੀ ਜਾਵੇ। ਤੂੰ ਆ ਕੇ ਇਸ਼ਨਾਨ ਕਰ ਸਰੋਵਰ 'ਚ, ਫੂਲ ਵਾਏ ਸਨ, ਤੇ ਮਨ ਦੀ ਗੰਦਗੀ ਵੀ ਗੁਰੂ ਦਰਬਾਰ 'ਚ ਧੋਤੀ ਜਾਂਦੀ ਹੈ। ਭਾਈਏ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਮੈ ਕੈ ਰੰਗ। ਗੁਰੂ ਦਰਬਾਰਾਂ 'ਚ ਇੰਤਜ਼ਾਮ ਕੀਤੇ। ਇੱਥੇ ਹੀ ਦਾਸ ਵੇਖਦਾ ਹੈ ਗੁਰਦੁਆਰਾ ਬੰਗਲਾ ਸਾਹਿਬ ਬਰਾਬਰਤਾ ਗੁਰੂ ਦੇ ਦਰਬਾਰ 'ਚ। ਤੁਸੀਂ ਕਿਤੇ ਵੀ ਵੇਖ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਰਾਬਰਤਾ। ਤੇ ਜੇ ਵੇਖੋ ਜੇ ਆਲੀਸ਼ਾਨ ਇਹ ਲੰਗਰ ਹਾਲ ਏਅਰ ਕੰਡੀਸ਼ਨ ਬਣਿਆ ਹੈ, ਐਸਾ ਨਹੀਂ ਕਿ ਕੇਵਲ ਸਿੱਖਾਂ ਲਈ, ਐਸਾ ਨਹੀਂ ਕਿ ਕਿਸੇ ਅਮੀਰ ਬੰਦੇ ਲਈ ਬਣਿਆ ਹੈ ਕਿ ਉਹੀ ਬੈਠ ਕੇ ਤੇ ਇੱਥੇ ਲੰਗਰ ਛਕ ਸਕਦਾ। ਨਹੀਂ, ਅਮੀਰ ਗਰੀਬ ਉੱਚਾ ਨੀਵਾਂ ਸਾਰੇ ਬਰਾਬਰ ਬੈਠ ਕੇ ਲੰਗਰ ਛਕ ਸਕਦੇ ਨੇ, ਸਾਰਿਆਂ ਲਈ ਏਅਰ ਕੰਡੀਸ਼ਨ।
ਜੇ ਕਿਤੇ ਟਾਇਲਟ ਬਾਥਰੂਮ ਬਣੇ ਨੇ ਤੇ ਤੁਸੀਂ ਹੈਰਾਨ ਹੋਗੇ ਉਹ ਲੋਕ ਵੀ ਜਿਹੜੇ ਗੁਰਦੁਆਰੇ ਮੱਥਾ ਟੇਕਣ ਨਹੀਂ ਆਉਂਦੇ, ਪਰ 50-60% ਲੋਕ ਐਸੇ ਹੀ ਹੁੰਦੇ ਨੇ ਜਿਹੜੇ ਗਰੀਬ ਨੇ ਜਾਂ ਲੋੜਵੰਦ ਨੇ ਜਾਂ ਕਿਤੋਂ ਬਾਹਰੋਂ ਆ ਰਹੇ ਨੇ ਤੇ ਉਹ ਆ ਕੇ ਇਸ਼ਨਾਨ ਕਰਦੇ ਨੇ। ਤੇ ਜਦ ਇਸ਼ਨਾਨ ਕਰਦੇ ਨੇ ਤੇ ਜਗ੍ਹਾ ਜਗ੍ਹਾ ਜਾ ਕੇ ਦੱਸਦੇ ਨੇ ਕਿ ਜੀ ਗੁਰਦੁਆਰਾ ਬੰਗਲਾ ਸਾਹਿਬ ਇਹੋ ਜਿਹਾ ਸੋਹਣਾ ਇੰਤਜ਼ਾਮ ਹੈ, ਇਤਨੇ ਸੁੰਦਰ ਉੱਥੇ ਟਾਇਲਟ ਬਾਥਰੂਮ ਬਣੇ ਨੇ। ਹੁਣ ਕੀ ਹੋ ਰਿਹਾ ਹੈ ਕਿ ਤੁਸੀਂ ਦੇਖੋ ਸਵੇਰੇ ਸ਼ਾਮ ਲਗਾਤਾਰ ਲੋਕ ਆ ਰਹੇ ਨੇ, ਆਪਣੀ ਸਰੀਰਕ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ, ਤੇ ਗੁਰੂ ਦਰਬਾਰ ਦੇ ਚ ਇੰਤਜ਼ਾਮ ਹੈ ਤਨ ਦੀ ਗੰਦਗੀ ਵੀ ਧੋ ਰਿਹਾ ਹੈ। ਪ੍ਰਕਾਸ਼ ਭਾਗਾਂ ਵਾਲਾ ਕੋਈ ਗੁਰੂ ਦਰਬਾਰ ਆ ਜਾਵੇ ਤੇ ਇਹ ਇੰਤਜ਼ਾਮ ਵੀ ਕਈ ਵਾਰੀ ਐਸਾ ਪ੍ਰੇਰਣਾ ਦਾ ਕੰਮ ਕਰ ਜਾਂਦੇ ਨੇ। ਤੁਸੀਂ ਵੇਖੋ ਵੀ ਕਿਸੇ ਨੇ ਸੋਚਿਆ ਵੀ ਗੱਡੀ ਬਾਹਰ ਖੜੀ ਕਰਾਂਗਾ ਤੇ ਕੁਝ ਐਸਾ ਹੋ ਸਕਦਾ ਨੁਕਸਾਨ ਹੋ ਜਾਵੇ। ਹੁਣ ਆਇਆ ਵੀ ਆ ਕੇ ਅੰਡਰਗਰਾਉਂਡ ਪਾਰਕਿੰਗ ਦੇ ਚ ਮੈਂ ਆਪਣੀ ਗੱਡੀ ਖੜੀ ਕਰਾਂ, ਜਾਣਾ ਤਾਂ ਬਾਹਰ ਸੀ, ਪਰ ਮਨ ਚ ਇੱਕ ਖਿਆਲ ਆਇਆ ਆ ਹੀ ਗਿਆ, ਗੁਰੂ ਦਰਬਾਰ ਨੇ ਕਿਰਪਾ ਕੀਤੀ ਹੈ ਤੇ ਇਹ ਜਗ੍ਹਾ ਦੇ ਦਿੱਤੀ ਤੇ ਕਿਉਂ ਨਾ ਮੱਥਾ ਟੇਕਦਾ ਜਾਵਾਂ। ਆਇਆ ਤੇ ਸੀ ਕੇਵਲ ਲੰਗਰ ਛਕਣ, ਪਰ ਸੋਚਿਆ ਜਿਸ ਗੁਰੂ ਦਰਬਾਰ ਤੋਂ ਲੰਗਰ ਮਿਲ ਰਿਹਾ ਹੈ ਕਿਉਂ ਨਾ ਅੰਦਰ ਜਾ ਕੇ ਮੈਂ ਗੁਰੂ ਦੀ ਕਿਰਪਾ ਵੀ ਲੈ ਆਵਾਂ। ਆ ਹੀ ਗਿਆ ਤੇ ਮੱਥਾ ਵੀ ਟੇਕ ਲਿਆ। ਜਿਹੜੇ ਕਈ ਨਾਮ ਸਿੱਖ ਨੇ ਉਹ ਵੀ ਇਹਨਾਂ ਸਹੂਲਤਾਂ ਨੂੰ ਸੁਵਿਧਾਵਾਂ ਨੂੰ ਵੇਖ ਕੇ ਤੇ ਜਦ ਆਉਂਦੇ ਨੇ ਗੁਰੂ ਦਰਬਾਰਾਂ ਦੇ ਵਿੱਚ ਤੇ ਗੁਰੂ ਨਾਲ ਜੁੜਦੇ ਨੇ। ਅੱਜ ਅਸੀਂ ਥੋੜਾ ਪਿੱਛੇ ਰਹੇ ਹਾਂ, ਪਿੰਡਾਂ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਸਿੰਘ ਸਭਾਵਾਂ ਦੇ ਵਿੱਚ ਤੁਸੀਂ ਆਪ ਵੇਖ ਲਓ ਇਹ ਇੰਤਜ਼ਾਮ ਘਟ ਗਏ ਨੇ। ਕਦੀ ਹੁੰਦਾ ਸੀ ਗੁਰੂ ਦਰਬਾਰ ਵਿੱਚ ਲੰਗਰ ਚੱਲਦੇ ਹੁੰਦੇ ਸਨ, ਪਰ ਪ੍ਰਬੰਧਕੀ ਢਾਂਚੇ ਦੀ ਲੋਭੀ ਲਾਲਚੀ ਸੋਚ ਵੀ ਬੈਂਕ ਦੇ ਵਿੱਚ ਤਾਂ ਬੈਂਕ ਬੈਲੈਂਸ ਵਧਣਾ ਚਾਹੀਦਾ, ਲੰਗਰ ਬੰਦ ਹੋ ਜਾਵੇ ਤੇ ਹੋ ਜਾਵੇ। ਉਹ ਲੰਗਰ ਬੰਦ ਹੋ ਗਿਆ, ਲੋਕਾਂ ਲਈ ਰਿਹਾਇਸ਼ ਦੇ ਇੰਤਜ਼ਾਮ ਨਹੀਂ ਰਹੇ। ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਛੋਟੇ ਛੋਟੇ ਸ਼ਹਿਰਾਂ ਦੇ ਸਿੰਘ ਸਭਾਵਾਂ ਦੇ ਵਿੱਚ ਤੇ ਫਿਰ ਲੋਕ ਟੁੱਟੇ ਥੋੜਾ ਗੁਰੂ ਤੋਂ। ਨਹੀਂ ਤੇ ਕੋਈ ਸਮਾਂ ਸੀ ਗੁਰੂ ਨਾਨਕ ਦੇ ਦਰਬਾਰ ਦੀ ਇਹ ਮਰਿਆਦਾ ਵੀ ਤੂੰ ਗੁਰੂ ਦਰਬਾਰ 'ਚ ਆ, ਤੈਨੂੰ ਇੱਥੇ ਲੰਗਰ ਵੀ ਮਿਲੇਗਾ ਤੇ ਸੌਣ ਨੂੰ ਜਗ੍ਹਾ ਵੀ ਮਿਲੇਗੀ। ਤੇ ਜਿਹੜਾ ਗੁਰੂ ਦਰਬਾਰ 'ਚ ਆ ਕੇ ਇਉਂ ਬੇਫਿਕਰ ਹੋ ਕੇ ਸੌਵੇਗਾ ਵੀ, ਲੰਗਰ ਵੀ ਛਕੇਗਾ, ਸੱਚ ਜਾਣਿਓ ਗੁਰੂ ਨਾਲ ਜੁੜੇਗਾ ਵੀ। ਕਿਤੇ ਨਾ ਕਿਤੇ ਅੰਦਰ ਖਿਆਲ ਕੋਈ ਬਹੁਤਾ ਹੀ ਅਕਿਰਤਕਣ ਹੋ ਜਾਵੇ, ਕਹਿ ਨਹੀਂ ਸਕਦੇ ਵੀ ਹਜ਼ਾਰਾਂ ਵਿੱਚੋਂ ਇੱਕ, ਨਹੀਂ ਤਾਂ ਮੱਥਾ ਟੇਕਣ ਤਾਂ ਜ਼ਰੂਰ ਆਉਣਗੇ। ਜੇ ਆਉਣਗੇ ਤੇ ਬਹੁਤੇ ਐਸੇ ਵੇਖਣ ਨੂੰ ਮਿਲਦੇ ਨੇ ਜਦੇ ਸੁੰਦਰ ਰਿਹਾਇਸ਼ ਵੇਖ ਕੇ ਗੁਰੂ ਹਰਕ੍ਰਿਸ਼ਨ ਨਿਵਾਸ ਤੇ ਲੋਕ ਅੱਜ ਵਿਦੇਸ਼ਾਂ ਤੋਂ ਅਮੀਰ ਬੰਦੇ ਵੀ ਜੇ ਆਉਂਦੇ ਨੇ ਕਿ 5 ਸਟਾਰ ਹੋਟਲਾਂ ਤੋਂ ਬਚ ਕੇ ਯਤਨ ਕਰਦੇ ਨੇ ਕਿ ਕਿਤਨਾ ਚੰਗਾ ਹੋਵੇ ਗੁਰਦੁਆਰੇ ਰਹੀਏ, ਤਾਂ ਕਿ ਸਵੇਰੇ ਉੱਠਦੇ ਪਹਿਲਾਂ ਗੁਰੂ ਦੇ ਦਰਸ਼ਨ ਹੋਣ। ਅਸੀਂ ਜੇ ਕਿਤੇ ਗੁਰੂ ਦੇ ਬਚਨਾਂ ਨੂੰ ਕਮਾਈਏ ਤੇ ਅੰਦਰ ਦੀ ਬੁਰਾਈ ਵੀ ਨਿਕਲਦੀ ਹੈ, ਬਾਹਰ ਦੀ ਬੁਰਾਈ ਵੀ ਨਿਕਲਦੀ। ਗੁਰੂ ਕੋਲ ਇਹ ਬਰਕਤ ਹੈ। ਸਤਿਗੁਰੂ ਨੇ ਉਸ ਚੋਰ ਨੂੰ ਕਹਿ ਦਿੱਤਾ ਬਚਨ ਕਮਾਵੇਂਗਾ, ਕਹਿੰਦਾ ਜੀ ਬਚਨ ਤਾਂ ਜਾਣ ਦੇ ਕੇ ਵੀ ਕਮਾਵਾਂਗਾ। ਕਾਸ਼ ਅਸੀਂ ਵੀ ਕਹਿ ਸਕੀਏ ਤੇ ਸ਼ਾਇਦ ਕਹਿ ਵੀ ਦਿੰਦੇ ਹੋਈਏ, ਪਰ ਅਸੀਂ ਕਹਿੰਦੇ ਆ ਲੋਕਾਂ ਨੂੰ ਸੁਣਾਉਣ ਲਈ, ਆਪ ਸੁਣਨ ਲਈ ਨਹੀਂ। ਅਸੀਂ ਲੋਕਾਂ ਵਿੱਚ ਦਾਅਵੇ ਕਰਾਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਭਲਿਆ ਈਮਾਨਦਾਰੀ ਤੇਰੇ ਅੰਦਰ ਹੋਵੇ। ਜੋ ਮੈਂ ਕਹਿ ਰਿਹਾ ਇਹਨੂੰ ਕਮਾਉਣਾ ਵੀ ਹੈ, ਇਹਨੂੰ ਭੁੱਲਣਾ ਨਹੀਂ ਹੈ। ਉਹਨੇ ਕਮਾਇਆ, ਚੋਰ ਇੱਕ ਸਾਡੇ ਤੋਂ ਅੱਗੇ ਲੰਘ ਗਿਆ ਬਚਨ ਕਮਾਉਣ ਚ, ਤੇ ਛੋਟੀ ਮੋਟੀ ਗੱਲ ਨਹੀਂ। ਇੱਕ ਤਾਂ ਹੁੰਦੀ 100-200 ਰੁਪਏ ਜਾਂ 5 ਲੱਖ ਰੁਪਏ ਤੱਕ ਦੀ, ਤੇ ਲੋਕ ਇਮਾਨਦਾਰ ਬਣ ਜਾਂਦੇ ਨੇ। ਪਰ ਜਿੱਥੇ 5 ਕਰੋੜ ਨਜ਼ਰ ਆ ਜਾਣ, ਵੱਡੇ ਵੱਡੇ ਡਿੱਗਦੇ ਵੇਖੇ ਗਏ ਨੇ। ਇੱਥੇ ਤਾਂ ਲੱਖਾਂ ਚ ਬੰਦੇ ਵੇਖੇ ਜਾਂਦੇ ਨੇ, ਕਰੋੜਾਂ ਦੀ ਗੱਲ ਤਾਂ ਪਿੱਛੇ ਰਹੀ। ਪਰ ਪਹੁੰਚ ਗਿਆ ਰਾਜੇ ਦੇ ਮਹਿਲਾਂ ਵਿੱਚ, ਉੱਥੇ ਹੀਰੇ ਜਵਾਹਰਾਤਾਂ ਦੀ ਪੰਡ ਬੰਨ ਲਈ। ਆਮ ਬੰਦੇ ਦਾ ਖਜ਼ਾਨਾ ਥੋੜਾ। ਤੇ ਜਦ ਹੀਰੇ ਜਵਾਹਰਾਤਾਂ ਦੀ ਪੰਡ
लैके तुरे आए ते गुरु का बचन चेते आ गया। क्यों चेते आया? सामने कोई पदार्थ पिया वेख्या, सोचिया राजे महाराजा ने पता नहीं किहो जिहा पदार्थ छकदे होणगे, थोड़ा स्वाद मैं भी ले लिया। जब स्वाद लिया ते पता लगा इहदे तां लूण है। गुरु ने कहा लूण खा के हराम नहीं करना। इत्थों ही गल याद दिवाई गई सी तुहानू कि मता किते समझ लेना भी लूण खा के तां हराम नहीं करना, पर 1000 रुपए किलो की मिठाई खा के हराम कर देनी है। नहीं, बंदे नूं अक्कर तकन नहीं होना चाहिए। एक प्रतीक है लूण, क्यों है? क्योंकि सब तो सस्ती चीज पहला भी ते अज भी बाजार च लूण ही मिलता है। गुरु ने कहा जे किते किसे दा तू वध के कुछ खा लिया है तां ते हराम करना ही नहीं है, पर याद रख जे लूण भी किसे दा तू खा लवे ना तां भी हराम नहीं करना। भाव कि सब तो सस्ती चीज भी किसे दी तेरे मुंह च पै गई ते लूण खा के हराम नहीं करना। हुण गुरु च जरूरत है, सतगुरु कबूल करते हैं, कहो नानक हम लूण हरामी बख्श ले हो प्रभ अंतर जामी। मेरे वर्गे गुरु दरबार तो पढ़ के भी असी नहीं मरते। सतगुरु कहते मैं कीता ना जाता हराम खोर, हों क्या मुंह देसा दुष्ट चोर। मेरे तो लैके तुहाडे तक सारिਆਂ ने सवै पड़चोल करनी है। जे सुनते हाँ ते कुछ बचनों को कमाउण दा जतन भी करिए, किते ना किते थोड़ी बुराई तो निकलेगी। ते जे ईमानदारी नाल गुरु अगे अरदास कर दईए ते उहदे उत्ते टिक जाइए, याद रखियो गुरु साडे नाल खड़ा है। हर दीवान मैदान साडी फतेह हो जाएगी, जित हो जाएगी, पर तां जे ईमानदारी नाल गुरु नाल वादा कर लईए। चोर ने हीरे जवाहरातां दी पंड रखी हुई है, एक छिन नहीं लाया, ठोकर मार दी ते गुरु दा बचन कमा लिया। तुसीं कहोगे मिलिया की उन्होंने? उन्होंने गुरु दी ओ महान कृपा मिली कि जिस राजे दे उत्थे चोरी करन गया सी, राजा भी चरना च डिग पिया। धन है तू गुरु का सिख। एडा वड्डा चोर हो के ते इउं बचन कमाए जान दी परवाह नहीं, ते हुण चोर कित्थे रह गया तू? तेरे उत्ते ते कृपा हो गई गुरु दी। दस किहड़ा गुरु है इहो जिहा? तुसीं देखो एक उदाहरण बन गया, वो प्रेरणा स्रोत बन गया। वो राजा भी तुर के उत्थे पहुंच गया गुरु नानक देव साहब सतगुरु कोल। वो राजे का जीवन भी बदल गया। साडे च कई राजे कई कंगाल। कई सिखां नूं तुसीं देखोगे राजे महाराजिਆਂ तो भी आलीशान ठाठ ने उन्हां दे, पर चोरी की नीयत फिर भी नहीं जाती, हेरा फेरी फिर भी नहीं निकलती। एक गरीब है बेचारा, वो 5-10 रुपए की चोरी कर रहा है, तो एक अमीर है वो 5-10 करोड़ की या 500 करोड़ की चोरी कर रहा है। चोर तो चोर ही है ना। चोर की हामा भरे ना कोय, चोर किया चंगा क्यों होए। गुरु नानक देव साहब जी लिहाज थोड़ा करते हैं। चोर का कीता चंगा किस तरह हो सकता है? हाँ, जे तू ओदे वर्गा चोर होवे, गुरु के बचनों को कमा लवे तो बुराई निकल जाएगी अंदरों। गुरु अंदर की बुराई भी करता, बाहर की भी बुराई करता है, पर की असी ईमानदार हाँ गुरु प्रति? किन्ने के ईमानदार हाँ? अज फिल्म स्टारां दे नाम तां साडे बच्चिआं नूं सानूं सारिआं नूं पता नहीं, ते फिल्म स्टारां दा खानदान वो तक पता है। पुछ लो बच्चिआं नूं भी फलाने दे बाप दा नाम की है, ते वो राज कपूर दे पूरे खानदान नूं जानदा होवेगा। दास ने निमरता साथ बेनती की, इउं ही हजारां बंदे बैठे सी, ते याद रखियो गुरु दरबार च हथ चकने च कोई बुराई नहीं। दुनिया ना साडे हथ चकवावे, पर असी बाहर दुनिया च तां छेती सरेंडर कर दिंदे आ। थोड़ा जा भी डर जाइए, कोई डरा दवे भी तेरे उत्ते एलीगेशन ला देंगा, नहीं तो चुप होके एक पासे बैठ जा। चंगे चंगे डर जाते हैं बेचारे, यार मेरे जीवन से किते चिकड़ी ना सट दिता जाए। पर याद रखियो गुरु दरबार
इत्थे बावां चक्कण च कोई बुराई नहीं। ऊपर भुजा कर मैं गुर पै पुकारिया तिन हो लिया उबारी। दास ने पुछ लिया गुरु दरबार इस तां कोई झूठ बोलदा नहीं है। हजारां दी संगत बैठी सी तादाद च। ते दास ने पुछया भी जे किते गुरु गोबिंद सिंह साहब सतगुरु जी का प्रकाश पुरब असीं मना रहे हैं ते प्रकाश पुरब मनाउंदे आ, एक गल दसो गुरु गोबिंद सिंह साहब जी के परदादे का नाम की सी? लकड़दादे का नाम की सी? एक भी हथ नहीं उठिया सच जाने। ते जद गल पहुंची दादे तक उदों एक भैन का हथ ते एक बुजुर्ग का हथ उपर होया। पिता की गल जद आई तां कुछ लोगों वालों हंगारा भरिया गया कि गुरु गोबिंद सिंह साहब सतगुरु जी के पिता गुरु तेग बहादुर साहब जी सन। पर यह दादे वाली गल कि गुरु हरगोबिंद साहब सतगुरु जी दादा ने हजारां विचों एक हथ उठिया सी। ते परदादे हुण परदादा भी आम नहीं, गुरु अर्जन देव साहब सतगुरु जी वर्गी शख्सियत होवे ते असीं अखवाईए सिख ते सानू यही पता ना होवे कि सतगुरु गुरु गोबिंद सिंह साहब पातशाह जी दे परदादे का नाम की है। लकड़दादे गुरु रामदास साहब जी वर्गी शख्सियत गुरु के सिखा रोज दौड़ के जा रहे होवे दरबार साहब ते ट्रेनां भर भर के लै जा रहे हो, चंगी गल है। सदके गुरु दरबार दे दर्शन करने ते पढ़ भी रहा में डिठे सभे थां नहीं तुद जे हिया बद्धो पुरख पदाते तां तू सोया। ते तैनू पता ही ना होवे कि गुरु रामदास साहब सतगुरु जी लकड़दादे ने गुरु गोबिंद सिंह साहब जी दे। पर फिल्म स्टारां दे दादे परदादे पोतरे पोतरियां क्योंकि दौड़ उधर लगी है। स्टारां नाल सिख ज्यादा जुड़िया है, ककारां नाल घट जुड़िया है। इसे करके विकारां ने जोर पा लिया है। अज तां असीं ककार भी विखावे लई पा लैंदे आ। चलो जी घर दी खेती है, अज अमृत छक लिया, अज ककार विखा लै, कल नूं ला देंगे। काहदे लई? असीं ये सोचते हैं दुनिया नाल धोखा या संगत नाल धोखा कर रहे हैं, नहीं, असीं अपने आप नाल धोखा करते हैं। असीं गुरु नाल धोखा करते हैं। जे किते गुरु नाल वादा कर लईए तो फिर वादा निभाना जरूरी है। बचन करे ते खिसक जाए सोई नर कच्चा नहीं। गुरु के सिद्धांतां ते जे टिकीए ते गुरु नाल खड़ा हो जाता है। ताको धोखा कहा व्यापा जाको ओट तुहारी। फिर ये चोर लुटेरे काम क्रोध लोभ मोह हंकार कि तेनों लुट नहीं सकणगे। ये ते की दुनियावी चोर भी नहीं लुट सकणगे। गुरु पहरा देगा तेरे सिर उत्ते कर मस्तक हथ धर विचों मार कड्डियां बुरियाइयां। सतगुर सुख विखा लिया मस्तक धर के हथ जियो। कहंदे कदी गुरु ते विश्वास तां कर। गुर हाथ धरियो मेरे माथा। गुरु दा हथ जे सीस उत्ते गुरु दे देखो असीं आप आके मत्था टेकदे हैं ना, गुरु की कृपा दो प्रकार नाल मिलती है सानू। ऐसा ना सोचना कि मत्था टेकना व्यर्थ चला जाता है। तुसी किसी बुजुर्ग नूं मत्था टेको ना ते जद तुसी आके मत्था टेकदे हो ना ते बुजुर्ग सिर उत्ते हथ रखता है ते जद मिल के तुसी जान लगदे हो ते फिर मिलते हो दोबारा फिर पैरी हथ लाओ तो वह पिठ उत्ते थापड़ा दिंदा है। गुरु कोले बड़े आई है। गुरु सिर उत्ते हथ भी रखदा गुरु के सिखा। पर जे तेन कुछ समा गुरु कोल बैठना आ जाए ना ते कुछ समा गुरु की कृपा लैके जब तुरन लगता है ना गुर थापी दिती कंड जियो तो पिठ उत्ते थापड़ा भी दिंदा है। सतगुरु जी अज समझा रहे ने कहंदे सुन मन अंधे कुत्ते कूड़ियार बिन बोले बूझिया सचियार। कहंदे
ਕਹਿੰਦੇ ਸੱਚ ਜੋ ਹੈ ਨਾ ਉਹ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ, ਸੱਚ ਤਾਂ ਜੀਵਨ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ। ਕਹਿੰਦੇ ਖੰਡ ਖੰਡ ਕੋਈ ਕਹਿੰਦਾ ਰਵੇ, ਸ਼ੂਗਰ ਸ਼ੂਗਰ ਚੀਨੀ ਚੀਨੀ ਕਵੇ, ਪਰ ਜੇਬਾ ਉੱਤੇ ਰੱਖੇ ਨਾ ਮਿੱਠਾ ਸਵਾਦ ਕਿੱਥੋਂ ਆਵੇਗਾ। ਕੋਈ ਅੱਗ ਅੱਗ ਕਹਿੰਦਾ ਰਵੇ ਪਰ ਅੱਗ ਹੋਵੇ ਕੋਲ ਨਾ ਤੇ ਸਰਦੀ ਕਿਸ ਤਰ੍ਹਾਂ ਦੂਰ ਹੋਵੇਗੀ। ਕਹਿੰਦੇ ਵੈਦ ਵੈਦ ਕਹਿਤ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਦਰਬੈ ਨਾ ਬਿਲਾਸ ਹੈ। ਕੋਈ ਕਹਿੰਦਾ ਰਵੇ ਵੈਦ ਵੈਦ ਡਾਕਟਰ 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 ਕੋਲ ਜਾਵੇ ਨਾ, ਕਿਸ ਤਰ੍ਹਾਂ ਰੋਗ ਮਿਟੇਗਾ। ਕੋਈ ਦੌਲਤ ਦੌਲਤ ਧਨ ਧਨ ਕਹਿੰਦਾ ਰਵੇ ਹੋਵੇ ਕੋਲ ਨਾ, ਤੇ ਕੰਗਾਲੀ ਕਿਸ ਤਰ੍ਹਾਂ ਦੂਰ ਹੋਵੇਗੀ। ਅਖੀਰ ਵਿੱਚ ਜਾ ਕੇ ਇਹ ਬਚਨ ਕਿਹਾ, ਗਾਵੈ ਸੁਣੈ ਆਂਖੈ ਮੀਚੈ ਨਾ ਪਾਈਐ ਪਰਮਪਦ, ਗੁਰ ਉਪਦੇਸ਼ ਗਹਿ ਜੌਲਾ ਨਾ ਕਮਾਈਐ। ਗੁਰੂ ਦੇ ਉਪਦੇਸ਼ਾਂ ਨੂੰ ਜੇ ਪੜ੍ਹਿਆ ਨਾ, ਤੇ ਕਹਿੰਦੇ ਜੇ ਕਿਤੇ ਕੋਈ ਸੂਰਜ ਸੂਰਜ ਕਹਿੰਦਾ ਰਵੇ ਪਰ ਸੂਰਜ ਨਾਲ ਜੁੜੇ ਨਾ, ਪਤਾ ਕਿਸ ਤਰ੍ਹਾਂ ਲੱਗੇਗਾ। ਸੂਰਜ ਚੜ੍ਹੇ ਨਾ, ਜੇ ਕਿਤੇ ਸੂਰਜ ਚੜ੍ਹੇਗਾ ਪੁੱਛਣ ਦੀ ਲੋੜ ਥੋੜਾ, ਤੇ ਜੇ ਤੇਰੇ ਜੀਵਨ ਵਿੱਚ ਸੱਚ ਆ ਗਿਆ ਤੇ ਫਿਰ ਦੱਸਣ ਦੀ ਲੋੜ ਥੋੜਾ ਹੈ। ਸੱਚ ਤਾਂ ਪ੍ਰਗਟ ਹੋ ਜਾਵੇਗਾ, ਸੱਚ ਲੁਕਦਾ ਨਹੀਂ ਹੈ। ਬੜੇ ਯਤਨ ਕੀਤੇ ਗਏ ਗੁਰੂਆਂ ਦੀ ਨਿੰਦਾ ਕਰਨ ਦੇ, ਤੇ ਨਿੰਦਕਾਂ ਨੇ ਕਿਤਾਬਾਂ ਵਿੱਚ ਲਿਖਿਆ, ਲੋਕਾਂ 'ਚ ਰੌਲਾ ਪਾਇਆ। ਉਦੋਂ ਵੀ ਜਾਂਦੇ ਰਹੇ ਅਕਬਰ ਬਾਦਸ਼ਾਹ ਕੋਲ, ਕਦੀ ਕਦੀ ਜਹਾਂਗੀਰ ਕੋਲ, ਪ੍ਰਿਥੀ ਚੰਦ ਵਰਗੇ 2-2 ਮਹੀਨੇ ਲਗਾਤਾਰ ਦਿੱਲੀ 'ਚ ਇੱਥੇ ਬੈਠੇ ਰਹੇ। ਪਰ ਕੀ ਗੁਰੂ ਦੀ ਵਡਿਆਈ ਘੱਟ ਹੋਈ। ਪ੍ਰਗਟ ਭਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣ ਹੋਤਾ ਆਤਮਨੋ ਚੌਚੱਕੀ ਕੀਨ ਲੋਆ। ਜਿੱਥੋਂ ਸੂਰਜ ਨਿਕਲਦਾ ਤੇ ਜਿੱਥੇ ਜਾ ਕੇ ਛੁਪਦਾ ਹੈ ਗੁਰੂ ਦੀ ਵਡਿਆਈ। ਸੱਚ ਤਾਂ ਪ੍ਰਗਟ ਹੋ ਜਾਂਦਾ ਹੈ। ਸਾਹਿਬ ਕਹਿੰਦੇ ਅੱਗੇ, ਚੋਰ ਸਵਾਲਿਓ ਚੋਰ ਸਿਆਣਾ। ਕਹਿੰਦੇ ਚੋਰ ਬੰਦਾ ਜੋ ਹੈ ਉਹ ਬੜਾ ਹੀ ਸਿਆਣਾ ਬਣਦਾ ਹੈ। ਉਹ ਕਈ ਪ੍ਰਕਾਰ ਦੀਆਂ ਗੱਲਾਂ ਬਣਾ ਕੇ ਤੇ ਲੋਕਾਂ ਨੂੰ ਭੁਲੇਖਾ ਪਾਉਣਾ ਚਾਹੁੰਦਾ ਹੈ। ਸਭ ਕਹਿੰਦੇ ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਸਤਿਗੁਰੂ ਜੀ ਕਹਿੰਦੇ ਖੋਟਾ ਬੰਦਾ ਤਾਂ ਖੋਟਾ ਹੀ ਹੈ ਤੇ ਖਰਾ ਖਰਾ ਹੈ। ਖਰੇ ਦਾ ਮੁੱਲ ਪੈਂਦਾ ਹੈ, ਖੋਟੇ ਦਾ ਮੁੱਲ ਕਿੱਥੇ ਪੈਂਦਾ ਹੈ। ਸਿੱਕੇ ਕਈ ਨੇ, ਖਰੇ ਸਿੱਕਿਆਂ ਦੇ ਵਿੱਚ ਇੱਕ ਖੋਟਾ ਸਿੱਕਾ ਰਲਾ ਦਿਓ, ਪਰ ਜਿੱਥੇ ਵੀ ਕੁਝ ਲੈਣ ਜਾਓਗੇ ਅਗਲਿਆਂ ਨੇ ਪਰਖ ਲੈਣਾ ਹੈ। ਪਹਿਲਾਂ ਪਹਿਲਾਂ ਲੋਕ ਧੋਖਾ ਦਿੰਦੇ ਹੁੰਦੇ ਸਨ, ਨੋਟ ਨਕਲੀ ਚੱਲਦੇ ਸਨ, ਕਰੰਸੀ। ਅੱਜ ਤਾਂ ਐਸੇ ਯਤਨ ਆ ਗਏ ਕਿ ਉਦੋਂ ਹੀ ਦੁਕਾਨਦਾਰਾਂ ਨੇ ਉਹ ਸਭ ਕੁਝ ਰੱਖ ਲਿਆ ਤੇ ਪਛਾਣ ਕਰ ਲੈਂਦੇ ਨੇ। ਕਹਿੰਦੇ ਭਲਿਆ ਗੁਰੂ ਦੀ ਦੁਕਾਨ ਤੇ ਜਦ ਪਹੁੰਚੇਗਾ ਉਦੋਂ ਕੀ ਹੋਵੇਗਾ। ਉੱਥੇ ਤਾਂ ਖੋਟੇ ਖਰੇ ਦੀ ਪਛਾਣ ਹੋ ਜਾਂਦੀ ਹੈ, ਖੋਟੇ ਖਰੇ ਪਰਖੀ ਹੈ। ਤੇ ਖੋਟੇ ਸੱਚੀਏ ਬਾਹਰ-ਬਾਹਰ, ਖਰੇ ਖਜ਼ਾਨੇ ਪਾਏ। ਗੁਰਬਾਣੀ ਤਾਂ ਫੈਸਲਾ ਦਿੰਦੀ ਹੈ, ਜੇ ਕਿਤੇ ਤੂੰ ਖਰਾ ਹੈ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੈ। ਜੇ ਖੋਟਾ ਹੈ ਅੱਜ ਵੀ ਪ੍ਰਵਾਨ ਨਹੀਂ ਤੇ ਕੱਲ ਵੀ ਪ੍ਰਵਾਨ ਨਹੀਂ, ਭਾਵੇਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਬੰਦਾ ਦਾਵਾ ਕਰੀ ਜਾਵੇ। ਸਤਿਗੁਰੂ ਜੀ ਕਹਿੰਦੇ ਜੇ ਸਾਥ ਰੱਖੀਐ ਦੀਜੈ ਰਲਾਏ, ਖੋਟੇ ਸਿੱਕੇ ਨੂੰ ਨਾਲ ਰੱਖ ਦਿਓ ਖਰਿਆਂ ਦੇ ਤੇ ਰਲਾ ਦਿਓ ਬਿਲਕੁਲ। ਜਾਂ ਪਰਖੀਆ ਖੋਟਾ ਹੋਏ ਜਾਏ। ਜਦੋਂ ਉੱਥੇ ਪਰਖ ਹੋਵੇਗੀ ਤੇ ਖੋਟਾ ਸਿੱਕਾ ਤਾਂ ਇੱਕ ਤਾਂ ਹੁੰਦਾ ਹੈ ਬਿਲਕੁਲ ਉਹਦੀ ਮੋਹਰ ਮਿਟ ਜਾਵੇ ਤੇ ਉਹੋ ਜਿਹਾ ਹੋ ਜਾਵੇ, ਪੁਰਾਣਾ ਹੋ ਜਾਵੇ। ਇੱਕ ਉਹ ਵੀ ਹੁੰਦਾ ਤੇ ਇੱਕ ਨਕਲੀ ਵੀ ਬਣਾ ਕੇ ਵਿੱਚ ਪਾ ਦਿੱਤਾ ਜਾਂਦਾ ਹੈ। ਪਰ ਜਿੱਥੇ ਪਾਰਖੂ ਦੀ ਨਜ਼ਰ ਹੁੰਦੀ ਹੈ ਨਾ, ਕਹਿੰਦੇ ਉੱਥੇ ਪਰਖਿਆ ਜਾਂਦਾ ਹੈ ਤੇ ਫਿਰ ਦੋ ਕੋਡੀਆਂ ਵੀ ਉਹਦਾ ਮੁੱਲ ਨਹੀਂ ਪੈਂਦਾ ਹੈ। ਸਾਹਿਬ ਕਹਿੰਦੇ ਜੈਸਾ ਕਰੇ ਸੋ ਤੈਸਾ ਪਾਵੈ, ਜੋ ਕਰੇਗਾ ਉਹ ਕੁਝ ਪਾਵੇਗਾ। ਜੇ ਹੀ ਸੁਰਤ ਤੇ ਰਾਹ ਜਾਏ। ਦੇਖੋ ਕੈਸੀ ਵੱਡੀ ਗੱਲ ਕਹੀ ਹੈ।
ਜਿਹੋ ਜੀ ਤੇਰੀ ਸੁਰਤ ਦੇ ਵਿੱਚ ਨਿਸ਼ਾਨਾ ਹੈ ਨਾ, ਉਸੇ ਪਾਸੇ ਤੂੰ ਜਾਵੇਂਗਾ, ਉਸੇ ਰਾਹ ਤੇ ਤੁਰੇਂਗਾ। ਜੇ ਮਨ ਦੇ ਚ ਨਿਸ਼ਾਨਾ ਇਹ ਹੈ ਕਿ ਗੁਰੂ ਜਾਂ ਗੁਰੂ ਦੇ ਦਰਬਾਰ ਨੂੰ ਵਰਤ ਕੇ ਵੀ ਮੈਂ ਕਾਮ ਕਮਾਉਣਾ ਹੈ, ਦੌਲਤ ਕਮਾਉਣੀ ਹੈ, ਜੇ ਨਿਸ਼ਾਨਾ ਇਹ ਹੈ ਤੇ ਭਲਿਆ ਉਸੇ ਰਸਤੇ ਉੱਤੇ ਜਾਵੇਂਗਾ। ਫਿਰ ਤਾਂ ਜੀਵਨ ਉਹ ਇੱਕ ਦੁਗਾਣਾ, ਦੋ ਦੁਗਾਣਾ ਉਹਨਾਂ ਕੁ ਵੀ ਨਹੀਂ ਰਹਿ ਜਾਂਦਾ, ਅੱਧੀ ਕੋਡੀ ਦਾ ਵੀ ਨਹੀਂ ਬੰਦਾ ਹੁੰਦਾ। ਫਿਰ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ, ਜੇ 100 ਕੂੜੀਆਂ ਕੂੜ ਕਬਾੜ, ਭਾਵੇਂ ਸਭ ਆਖੋ ਸੰਸਾਰ। ਜੇ ਕਿਤੇ ਕੋਈ ਕੂੜਾ ਹੈ, ਉਹਦਾ ਜੀਵਨ ਵੀ ਕੂੜ ਕਬਾੜਾ ਹੀ ਹੈ। ਜੇ ਕਿਤੇ ਉਹ ਨਾਲ 100 200 ਬੰਦੇ 1000 ਬੰਦੇ ਰੱਖ ਲਵੇ ਵੀ ਇਹਦੇ ਵਰਗਾ ਚੰਗਾ ਕੋਈ ਨਹੀਂ ਹੈ, ਇਹਦੇ ਵਰਗਾ ਚੰਗਾ ਕੋਈ ਨਹੀਂ ਹੈ, ਹੋਵੇਗਾ ਕੀ? ਸੰਸਾਰ ਨੂੰ ਧੋਖਾ ਦੇ ਲਏਗਾ, ਗੁਰੂ ਨੂੰ ਕਿਸ ਤਰ੍ਹਾਂ ਧੋਖਾ ਦੇਗਾ? ਅੰਤਰ ਮੈਲ ਜੇ ਤੀਰਥ ਨਹਾਵਾ ਤਿਸ ਬੈਕੁੰਠ ਨਾ ਜਾਣਾ, ਲੋਕਪਤੀ ਨੇ ਕਛੂ ਨਾ ਹੋਵਈ ਨਾਹੇ ਰਾਮ ਹਿਆਣਾ। ਵਾਹਿਗੁਰੂ ਤਾਂ ਆਣਾ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਲੋਕਪਤੀ ਚ ਜਾਣਗੇ ਤਾਂ ਕੀ ਹੋਇਆ, ਗੁਰੂਪਤੀ ਜੈ ਕੇ ਨਹੀਂ। ਫਿਰ ਗੁਰੂ ਤਾਂ ਅਸੀਂ ਲੁਕੋ ਨਹੀਂ ਸਕਦੇ ਕੁਝ ਵੀ, ਗੁਰੂ ਤਾਂ ਸਾਡੇ ਅੰਦਰ ਤੱਕ ਵੇਖਦਾ। ਅੰਤਰ ਜਾਮੀ ਸੁਨ ਕੰਪਤ ਹੋ ਅੰਤਰਗਤ, ਦੀਨ ਕੋ ਦਇਆਲ ਸੁਨ ਹੈ ਪਰ ਮਿਟਾਰੋ। ਅਸੀਂ ਤਾਂ ਕੰਬਦੇ ਵੀ ਨਹੀਂ। ਅਸੀਂ ਤਾਂ ਕਈ ਵਾਰੀ ਦਾਵਾ ਕਰ ਦਿੰਦੇ ਆ ਗੁਰੂ ਸਾਡਾ ਹੀ ਹੈ ਜੀ, ਸਾਡਾ ਹੀ ਹੋ ਗਿਆ। ਨਹੀਂ ਭਲਿਆ ਸਾਰਿਆਂ ਦਾ ਹੈ ਗੁਰੂ, ਤੇ ਗੁਰੂ ਦੇ ਘਰ ਚ ਲਿਹਾਜ਼ ਨਹੀਂ ਹੈ। ਸਾਹਿਬ ਕਹਿੰਦੇ ਤੁਧ ਭਾਵੈ ਅੱਧੀ ਪ੍ਰਮਾਣ, ਨਾਨਕ ਜਾਣੈ ਜਾਣ ਸੁਜਾਨ। ਇਹ ਨਾਨਕ ਤੂੰ ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ ਹੈ, ਤੂੰ ਸਭ ਕੁਝ ਜਾਣਦਾ ਏ। ਤੇ ਜੇ ਕਿਤੇ ਤੈਨੂੰ ਭਾ ਜਾਵੇ ਤੇ ਫਿਰ ਚਲਾਕੀਆਂ ਦੀ ਲੋੜ ਨਹੀਂ ਹੈ। ਕਹਿੰਦੇ ਇੱਕ ਸਿੱਧਾ ਬੰਦਾ ਵੀ ਤੇਰੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਤੇ ਜ਼ਿਆਦਾਤਰ ਸਿੱਧੇ ਹੀ ਪ੍ਰਵਾਨ ਹੋਏ। ਭੋਲੇ ਭਾਏ ਮਿਲੇ ਰਘੁਰਾਇਆ। ਦੁਨੀਆ 'ਚ ਚਤਰਾਈਆਂ ਸਿਆਣਪਾਂ ਚੱਲ ਸਕਦੀਆਂ ਨੇ, ਗੁਰੂ ਦਰਬਾਰ 'ਚ ਭਲਿਆ ਕੋਈ ਸਿਆਣਪ ਨਹੀਂ, ਕੋਈ ਚਤਰਾਈ ਕੰਮ ਨਹੀਂ ਆਉਂਦੀ। ਜੇ ਕਿਤੇ ਪਿਤਾ ਕਿਸੇ ਵੇਲੇ ਤੈਨੂੰ ਖਿਡੌਣਾ ਦੇ ਦਿੰਦਾ ਨਾ ਖੇਡਣ ਲਈ, ਤੇਰੀ ਜਿੱਦ ਨੂੰ ਵੇਖ ਕੇ ਤਾਂ ਇਹ ਨਾ ਸੋਚੀ ਕਿ ਪਿਤਾ ਤੇਰੇ ਉੱਤੇ ਖੁਸ਼ ਹੋ ਗਿਆ। ਜੇ ਗੁਰੂ ਨੇ ਤੈਨੂੰ ਸੇਵਾ ਦੇ ਦਿੱਤੀ ਨਾ, ਇਹ ਨਾ ਸੋਚੀ ਕਿ ਕਿਤੇ ਗੁਰੂ ਰੀਝ ਗਿਆ ਹੈ। ਨਹੀਂ, ਉਹਨੇ ਤਾਂ ਰੀਝਣਾ ਹੈ ਜੇ ਉਹ ਸੇਵਾ ਚੰਗੀ ਤਰ੍ਹਾਂ ਹੋਵੇ। ਜੇ ਕਿਤੇ ਗੁਰੂ ਖਿਡੌਣਾ ਦਿੰਦਾ ਹੈ ਤੇ ਯਾਦ ਰੱਖਿਓ, ਐਸਾ ਨਾ ਹੋਵੇ ਕਿ ਅਸੀਂ ਗੁਰੂ ਨੂੰ ਵਾਹਿਗੁਰੂ ਨੂੰ ਹੀ ਖਿਡੌਣਾ ਸਮਝ ਲਈਏ। ਲੋਗਨ ਰਾਮ ਖਿਲੌਣਾ ਜਾਣਾ। ਖਿਡੌਣੇ ਦਾ ਕੀ, ਅੱਜ ਖੇਡਿਆ ਕੱਲ ਤੋੜ ਸਕਿਆ। ਅੱਜ ਅਸੀਂ ਬੱਚਿਆਂ ਨੂੰ ਆਪਣਿਆਂ ਤੋਂ ਦੂਰ ਕਰਕੇ ਖਿਡੌਣਿਆਂ ਵਿੱਚ ਬਹੁਤਾ ਫਸਾ ਦਿੱਤਾ ਹੈ, ਤੇ ਬੱਚੇ ਨੂੰ ਆਦਤ ਪੈ ਗਈ ਖਿਡੌਣਿਆਂ ਨਾਲ ਖੇਡਣ ਦੀ। ਉਹਨੇ ਫਿਰ ਅੱਗੇ ਚੱਲ ਕੇ ਮਾਂ ਬਾਪ ਨੂੰ ਵੀ ਖਿਡੌਣਾ ਸਮਝ ਲਿਆ ਤੇ ਗੁਰੂ ਦਰਬਾਰਾਂ ਨੂੰ ਵੀ ਖਿਡੌਣਾ। ਨਹੀਂ, ਨਾ ਵਾਹਿਗੁਰੂ ਖਿਡੌਣਾ ਹੈ, ਨਾ ਗੁਰੂ ਖਿਡੌਣਾ ਹੈ। ਅਸੀਂ ਜ਼ਰੂਰ ਖਿਡੌਣੇ ਆ, ਜਦ ਚਾਹਵੇ ਉਹ ਸਾਨੂੰ ਤੋੜ ਮਰੋੜ ਕੇ ਤੋੜ ਦੇਵੇ, ਸੁੱਟ ਦੇਵੇ, ਅਸੀਂ ਕੁਝ ਨਹੀਂ ਵਿਗਾੜ ਸਕਦੇ ਉਹਦਾ। ਇਸ ਕਰਕੇ ਸ਼ੁਕਰਾਨਾ ਤੇ ਗੁਰੂ ਕਿਰਪਾ ਕਰੇ ਕਿ ਚੋਰ ਅੰਦਰੋਂ ਨਿਕਲ ਜਾਣ ਤੇ ਗੁਰੂ ਸਾਡੇ ਸਿਰ ਉੱਤੇ ਹੱਥ ਰੱਖ ਦਵੇ। ਸਤਿਗੁਰ ਸੁੱਖ ਵਿਖਾ ਲਿਆ, ਮਸਤਕ ਤਰਕੈ ਹੱਥ ਜੀਓ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦੇਵ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ